ਹੈਲੋ एवरीवन। ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਪੰਜਾਬੀ ਦਾ ਪੇਪਰ ਹੈ ਟੀਚਿੰਗ ਆਫ ਪੰਜਾਬੀ। ਤਾਂ ਆਪਾਂ ਅੱਜ ਉਸ ਤੇ ਕੁਝ ਡਿਸਕਸ ਕਰਾਂਗੇ ਪੰਜਾਬੀ ਭਾਸ਼ਾ ਨੂੰ ਲੈ ਕੇ। ਜਿਵੇਂ ਪਿਛਲੇ ਲੈਕਚਰ ਵਿੱਚ ਆਪਾਂ ਗੱਲ ਕੀਤੀ ਸੀ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਲੈ ਕੇ ਕਿ ਜੋ ਪੰਜਾਬੀ ਭਾਸ਼ਾ ਹੈ ਉਸ ਦਾ ਜਨਮ ਕਿਵੇਂ ਹੋਇਆ। ਤੇ ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਦਾ ਜਨਮ ਤਾਂ ਹੋ ਗਿਆ ਪਰ ਉਸ ਦਾ ਜੋ ਵਿਕਾਸ ਸੀ ਉਹ ਕਿਹੜੀਆਂ ਜਿਹੜੀਆਂ ਸਟੇजेस ਸੀਗੀਆਂ ਉਹਨਾਂ ਵਿੱਚੋਂ ਨਿਕਲਦਾ ਹੋਇਆ ਅੱਜ ਦਾ ਜਿਹੜਾ ਰੂਪ ਹੈ ਉਸਨੇ ਧਾਰਨ ਕੀਤਾ। ਕਿਉਂਕਿ ਤੁਹਾਨੂੰ ਪਤਾ ਜਿਹੜੀ ਭਾਸ਼ਾ ਹੈਗੀ ਆ ਉਹ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਸਮੇਂ ਦੇ ਨਾਲ ਹੈਗੇ ਨੇ ਜਿਹੜਾ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਿਵਰਤਨ ਨੇ ਉਹ ਆਉਂਦੇ ਰਹਿੰਦੇ ਨੇ। ਭਾਸ਼ਾ ਚਾਹੇ ਤੁਸੀਂ ਕੋਈ ਵੀ ਲੈ ਲਓ, ਠੀਕ ਆ, ਉਹ ਦਾ ਜਿਹੜਾ ਅੱਜ ਦਾ ਰੂਪ ਹੈ ਉਹ ਜਿਹੜਾ ਉਹਦਾ ਪ੍ਰਾਚੀਨ ਰੂਪ ਸੀ ਉਹ ਨਹੀਂ ਆ। ਉਹਦੇ ਵਿੱਚ ਜਿਹੜੇ ਫੇਰ ਬਦਲ ਨੇ ਸਮੇਂ ਦੀ ਮੰਗ ਦੇ ਅਨੁਸਾਰ। ਤੇ ਜਿਹੜੇ ਆਪਾਂ ਕਹਿ ਲਈਏ ਕਿ ਆਪਣਾ ਜਿਹੜਾ ਭਾਰਤ ਦੇਸ਼ ਆ ਉੱਥੇ ਬਹੁਤ ਸਾਰੇ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿ ਰਹੇ ਨੇ। ਤਾਂ ਇੱਕ ਦੂਜੀ ਭਾਸ਼ਾ ਦੇ ਪ੍ਰਭਾਵ ਹੇਠਾਂ ਆਉਣ ਕਰਕੇ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦਾ ਰੂਪ ਜਿਹੜਾ ਹੈਗਾ ਉਹ ਹਮੇਸ਼ਾ ਕੀ ਹੈ ਬਦਲਦਾ ਰਹਿੰਦਾ ਹੈ। ਅੱਜ ਅਸੀਂ ਜਿਹੜੀ ਪੰਜਾਬੀ ਬੋਲਦੇ ਹਾਂ ਭਾਵੇਂ ਇਹਦਾ ਜਿਹੜਾ ਪ੍ਰਾਚੀਨ ਰੂਪ ਹੈ ਜਿਹੜਾ ਇਹਦਾ ਸਟਾਰਟਿੰਗ ਵਾਲਾ ਰੂਪ ਹੈ ਉਹ ਨਹੀਂ ਹੈਗਾ, ਪਰ ਫਿਰ ਵੀ ਕੀ ਹੈ ਪੰਜਾਬੀ ਪੰਜਾਬੀ ਹੀ ਹੈ। ਪੰਜਾਬੀ ਜਿਹੜੀ ਭਾਸ਼ਾ ਹੈਗੀ ਉਹ ਪੰਜਾਬੀ ਹੀ ਰਹੀ ਹੈ ਬਹੁਤ ਸਮੇਂ ਤੋਂ। ਉਹਦਾ ਜਿਹੜਾ ਫੇਰ ਬਦਲ ਉਹਦੇ ਨਾਮ ਵਿੱਚ ਨਹੀਂ ਹੋਇਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਭਾਸ਼ਾ ਦੀ ਪ੍ਰਕਿਰਤੀ ਹੈ, ਜਿਹੜੀ ਭਾਸ਼ਾ ਦੀ ਇੱਕ ਨੇਚਰ ਹੈ ਉਹ ਵਹਿੰਦੇ ਪਾਣੀ ਵਰਗੀ ਹੈ ਕਿ ਇਹ ਪਾਣੀ ਜਿੱਥੇ ਜਾਂਦਾ ਹੈ ਉੱਥੋਂ ਦੇ ਜਿਹੜਾ ਸੋਮਾ ਹੈ ਪਾਣੀ ਦਾ ਜਾਂ ਉੱਥੇ ਜਿੱਥੇ ਪਾਣੀ ਦਾ ਜਿਹੜੇ ਆਕਾਰ 'ਚ ਇਹ ਜਾਂਦਾ ਤੇ ਪਾਣੀ ਦਾ ਆਕਾਰ ਵੀ ਉਹੇ ਦਾ ਹੋ ਜਾਂਦਾ ਗਾ। ਅੱਜ ਦੀ ਪੰਜਾਬੀ ਨੂੰ ਇਸ ਦਾ ਜਿਹੜਾ ਅਜੋਕਾ ਰੂਪ ਹੈ ਜਿਹੜਾ ਅੱਜ ਦਾ ਰੂਪ ਹੈ ਉਹ ਪ੍ਰਾਪਤ ਕਰਨ ਵਿੱਚ ਬਹੁਤ ਸਾਰੇ ਜਿਹੜੇ ਸਮੇਂ ਨੇ ਜਾਂ ਬਹੁਤ ਸਾਰੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਉਹਨਾਂ ਵਿੱਚੋਂ ਲੰਘਣਾ ਪਿਆ ਤੇ ਇਹਨੂੰ ਕਾਫੀ ਸਮਾਂ ਲੱਗ ਗਿਆ ਹੁਣ ਤੱਕ ਪਹੁੰਚਣ ਲਈ। ਅਗਰ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਕਿਹੜੇ ਸਮੇਂ ਵਿੱਚੋਂ ਲੰਘੀ ਹੈ, ਕਿਹੜੀ ਪ੍ਰਸਥਿਤੀ ਵਿੱਚੋਂ ਲੰਘੀ ਹੈ ਜੋ ਇਹਦਾ ਵਿਕਾਸ ਅੱਜ ਹੋਇਆ, ਤਾਂ ਉਸਦੀ ਆਪਾਂ ਕੁਝ ਇੱਕ ਪੁਆਇੰਟਸ ਨੇ ਕੁਝ ਇੱਕ ਇਹਦਾ ਟਾਈਮ ਪੀਰੀਅਡ ਹੈ ਉਹਦੀ ਗੱਲ ਕਰਾਂਗੇ। ਤਾਂ ਆਪਾਂ ਕਰਦੇ ਹਾਂ ਪੰਜਾਬੀ ਭਾਸ਼ਾ ਦਾ ਵਿਕਾਸ। ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰਦੇ ਹਾਂ। ਵਿਕਾਸ ਕਿਹਦਾ ਇਹ ਆਪਣੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰਦੇ ਹਾਂ ਕਿ ਆਪਣਾ ਜਿਹੜਾ ਪੰਜਾਬੀ ਭਾਸ਼ਾ ਦਾ ਵਿਕਾਸ ਹੈ ਉਹ ਕਿਹੜੇ ਸਮੇਂ ਵਿੱਚ ਕਿਸ ਤਰੀਕੇ ਨਾਲ ਹੋਇਆ। ਤਾਂ ਆਪਾਂ ਵਿਕਾਸ ਦੀ ਗੱਲ ਅਗਰ ਕਰੀਏ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਜਿਹੜੇ ਸਟੈਪਸ ਨੇ ਕਿਹੜੇ ਸਮੇਂ ਨੇ ਉਹਦੇ ਵਿੱਚੋਂ ਲੰਘ ਕੇ ਆਏ ਆ। ਤਾਂ ਜਿਹੜਾ ਫਸਟ ਆਪਾਂ ਗੱਲ ਕਰਦੇ ਹਾਂ ਜਿਹੜਾ ਆਰੰਭਿਕ ਸਮਾਂ ਸੀਗਾ, ਆਰੰਭ ਤੋਂ ਲੈ ਕੇ 1000 ਈਸਵੀ ਤੱਕ ਇਹਦਾ ਜਿਹੜਾ ਸਮਾਂ ਸੀਗਾ ਉਹ ਕਿਸ ਤਰੀਕੇ ਦਾ ਰਿਹਾ। ਜਦੋਂ ਪੰਜਾਬੀ ਦਾ ਜਨਮ ਹੋਇਆ ਸੀਗਾ ਤੇ 1000 ਈਸਵੀ ਤੱਕ ਪੰਜਾਬੀ ਕਿਹੋ ਜਿਹੀ ਸੀ, ਕਿਸ ਤਰੀਕੇ ਦਾ ਜਿਹੜਾ ਉਹਦਾ ਸਮਾਂ ਸੀਗਾ। ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਹੈ ਉਹ ਅਜਿਹੀ ਹੈ ਕਿ ਭਾਰਤ ਤੇ ਹਮਲਾ ਕਰਨ ਵਾਲਿਆਂ ਨੇ ਜਿਹੜਾ ਸਭ ਤੋਂ ਪਹਿਲਾ ਟਾਰਗੇਟ ਹੁੰਦਾ ਸੀ ਜਾਂ ਸਭ ਤੋਂ ਪਹਿਲਾਂ ਜਿਹੜਾ ਧਾਰਨੀ ਸੀ ਉਹ ਕੀ ਕੀਤਾ ਸੀਗਾ ਪੰਜਾਬ ਨੂੰ ਬਣਾਇਆ ਸੀ। ਇੱਥੋਂ ਪੰਜਾਬ ਦੀ ਜਿਹੜੀ ਲੁੱਟਿਆ ਗਿਆ ਪੰਜਾਬ ਦਾ ਪੈਸਾ ਲੁੱਟਿਆ ਗਿਆ, ਪੰਜਾਬ ਦੀ ਜਿਹੜੀ ਆਰਥਿਕ ਲੁੱਟ ਖੋਹ ਕਰਨ ਤੋਂ ਮਗਰੋਂ ਲੋਕਾਂ ਨੇ ਜਿਹੜੇ ਵਿਦੇਸ਼ੀ ਆਕਰਮਣਕਾਰੀ ਸੀਗੇ ਉਹਨਾਂ ਨੇ ਪੰਜਾਬ ਦੇ ਸਾਹਿਤ ਸੱਭਿਆਚਾਰ ਤੇ ਇਤਿਹਾਸ ਨੂੰ ਢਾਹ ਲਾਈ। ਇਹਨਾਂ ਨੂੰ ਵੀ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਲਈ ਜਿਹੜਾ ਪੰਜਾਬੀ ਭਾਸ਼ਾ ਹੈ ਜਾਂ ਫਿਰ ਪੰਜਾਬੀ ਸਾਹਿਤ ਹੈ ਇਹਦੇ ਵਿਕਾਸ ਦਾ ਅਧਿਐਨ ਕਰਨ ਲਈ ਸਾਨੂੰ ਕੁਝ ਜਿਹੜੇ ਰਾਜਨੀਤਿਕ ਪੁਆਇੰਟ ਨੇ ਉਹਨਾਂ ਦਾ ਵੀ ਨਾਲ ਕੀ ਆ ਅਧਿਐਨ ਕਰਨਾ ਪਊਗਾ। ਆਪਾਂ ਹੁਣ ਗੱਲ ਕਰਦੇ ਹਾਂ ਆਰੰਭ ਤੋਂ ਲੈ ਕੇ ਜਿਹੜਾ 1000 ਈਸਵੀ ਤੱਕ ਦਾ ਸਮਾਂ ਸੀਗਾ ਉਹ ਜਿਹੜਾ ਪੰਜਾਬੀ ਬੋਲੀ ਦਾ ਵਿਕਾਸ ਆ ਉਹਦੇ ਲਈ ਕਿਵੇਂ ਦਾ ਰਿਹਾ। ਤਾਂ ਜਿਹੜਾ ਇਹ ਸਮਾਂ ਸੀਗਾ ਉਹ ਪੰਜਾਬੀ ਆਪਾਂ ਕਹਿ ਲਈਏ ਕਿ ਰਾਜ ਸੀ ਜਿਹੜਾ ਜਾਂ ਫਿਰ ਉੱਤਰੀ ਭਾਰਤ ਸੀਗਾ ਤਾਂ ਉੱਥੇ ਐਪਰਵੰਸ਼ਾਂ ਦਾ ਸਮਾਂ ਸੀ। ਐਪਰਵੰਸ਼ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਵਿਗੜੀਆਂ ਹੋਈਆਂ ਬੋਲੀਆਂ ਹੁੰਦੀਆਂ ਨੇ। ਜਦੋਂ ਕੋਈ ਬੋਲੀ ਲੋਕਾਂ ਨੂੰ ਔਖੀ ਲੱਗਣ ਲੱਗ ਜਾਂਦੀ ਹੈ ਤਾਂ ਆਪਣੀ ਸਹੂਲੀਅਤ ਅਨੁਸਾਰ ਉਹਦੇ ਵਿੱਚ ਕੁਝ ਫੇਰ ਬਦਲ ਕਰ ਦਿੰਦੇ ਨੇ। ਉਹ ਅਪਰਵੰਸ਼ ਭਾਸ਼ਾ ਬਣ ਜਾਂਦੀ ਹੈ, ਇੱਕ ਵਿਗੜੀ ਹੋਈ ਭਾਸ਼ਾ ਬਣ ਜਾਂਦੀ ਹੈ। ਤਾਂ ਜਿਹੜੇ ਭਾਸ਼ਾ ਵਿਗਿਆਨੀ ਨੇ ਸਾਡੇ, ਜਿਹੜੇ ਭਾਸ਼ਾ ਵਿਗਿਆਨੀ ਰਹੇ ਨੇ ਉਹਨਾਂ ਦਾ ਵਿਚਾਰ ਹੈ ਕਿ 1000 ਈਸਵੀ ਤੱਕ ਜਿਹੜੀ ਪੰਜਾਬੀ ਬੋਲੀ ਦਾ ਵਿਕਾਸ ਆ ਉਹਦੇ ਲਈ ਕਿਵੇਂ ਦਾ ਰਿਹਾ। ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਹੈ ਉਹ ਅਜਿਹੀ ਹੈ ਕਿ ਭਾਰਤ ਤੇ ਹਮਲਾ ਕਰਨ ਵਾਲਿਆਂ ਨੇ ਜਿਹੜਾ ਸਭ ਤੋਂ ਪਹਿਲਾਂ ਟਾਰਗੇਟ ਹੁੰਦਾ ਸੀ ਜਾਂ ਸਭ ਤੋਂ ਪਹਿਲਾਂ ਜਿਹੜਾ ਧਾਰਨੀ ਸੀ ਉਹ ਕੀ ਕੀਤਾ ਸੀਗਾ ਪੰਜਾਬ ਨੂੰ ਬਣਾਇਆ ਸੀ। ਇੱਥੋਂ ਪੰਜਾਬ ਦੀ ਜਿਹੜੀ ਲੁੱਟਿਆ ਗਿਆ ਪੰਜਾਬ ਦਾ ਪੈਸਾ ਲੁੱਟਿਆ ਗਿਆ, ਪੰਜਾਬ ਦੀ ਜਿਹੜੀ ਆਰਥਿਕ ਲੁੱਟ ਖੋਹ ਕਰਨ ਤੋਂ ਮਗਰੋਂ ਲੋਕਾਂ ਨੇ ਜਿਹੜੇ ਵਿਦੇਸ਼ੀ ਆਕਰਮਣਕਾਰੀ ਸੀਗੇ ਉਹਨਾਂ ਨੇ ਪੰਜਾਬ ਦੇ ਸਾਹਿਤ ਸੱਭਿਆਚਾਰ ਤੇ ਇਤਿਹਾਸ ਨੂੰ ਢਾਹ ਲਾਈ। ਇਹਨਾਂ ਨੂੰ ਵੀ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਲਈ ਜਿਹੜਾ ਪੰਜਾਬੀ ਭਾਸ਼ਾ ਹੈ ਉਹ
ਇਹ ਬੋਲੀਆਂ ਜਿਹੜੀਆਂ ਉੱਤਰੀ ਭਾਰਤ ਦੀਆਂ ਬੋਲੀਆਂ ਸੀਗੀਆਂ, ਉਹਨਾਂ ਵਿੱਚ ਉਹਨਾਂ ਦੇ ਤਰੀਕੇ ਪੰਜਾਬ ਵਿੱਚ ਵੀ ਕੀ ਸੀਗਾ, ਅਪਭ੍ਰੰਸ਼ਾਂ ਨੇ ਜ਼ੋਰ ਫੜਿਆ ਸੀਗਾ। ਤੇ ਹੋ ਸਕਦਾ ਇਹ ਪੰਜਾਬੀ ਜਿਹੜੀ ਅੱਜ ਦੀ ਪੰਜਾਬੀ ਹੈ ਉਸ ਸਮੇਂ ਇਹ ਵੀ ਇੱਕ ਅਪਭ੍ਰੰਸ਼ ਜਿਹੜੀ ਭਾਸ਼ਾ ਗੀ ਉਹ ਰਹਿ ਚੁੱਕੀ ਹੋਵੇ। ਤਾਂ ਜਿਹੜੀ 8ਵੀਂ ਸਦੀ ਦੇ ਵਿੱਚ ਇੱਕ ਪੁਸਤਕ ਸਾਨੂੰ ਮਿਲਦੀ ਹੈ ਲਿਖੀ ਹੋਈ, ਜਿਹਦਾ ਨਾਮ ਸੀਗਾ ਕਵਲਿਆ ਮਾਲਾ। ਤਾਂ ਜਿਹਦੇ ਵਿੱਚ ਕੀ ਸੀਗਾ, ਉਸ ਵੇਲੇ ਪ੍ਰਚਲਿਤ 16 ਭਾਸ਼ਾਵਾਂ ਦੇ ਨਮੂਨੇ ਮਿਲਦੇ ਨੇ ਕਿ ਆਰੰਭ ਤੋਂ ਜਿਹੜੀ 1000 ਈਸਵੀ ਦਾ ਟਾਈਮ ਹੈ, ਸਟਾਰਟਿੰਗ ਵਿੱਚ ਕੀ ਸੀਗਾ, ਉੱਥੇ 16 ਭਾਸ਼ਾਵਾਂ ਦੇ ਜਿਹੜੇ ਨਮੂਨੇ ਮਿਲਦੇ ਨੇ ਕਿ ਉਸ ਟਾਈਮ ਤੇ 16 ਭਾਸ਼ਾਵਾਂ ਬੋਲੀਆਂ ਜਾ ਰਹੀਆਂ ਸੀ। ਤਾਂ ਜਿਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਦੀ ਭਾਸ਼ਾ, ਮੱਧ ਪ੍ਰਦੇਸ਼ ਦੀ ਭਾਸ਼ਾ ਸੀਗੀ ਜਿਹੜੀ, ਉਹ ਵੀ ਇੱਕ ਨਮੂਨਾ ਹੈ। ਤੇ ਜਿਹੜੀ ਉਹ ਮੱਧ ਪ੍ਰਦੇਸ਼ ਦੀ ਭਾਸ਼ਾ ਹੈ ਉਹੀ ਕੀ ਸੀਗੀ, ਇੱਕ ਪੰਜਾਬੀ ਦੀ ਤਰ੍ਹਾਂ ਸੀਗੀ। ਤੇ ਹੋ ਸਕਦਾ ਹੈ, ਸਾਨੂੰ ਲੱਗਦਾ ਹੈ ਕਿ ਜਿਹੜੀ ਉਹ ਮੱਧ ਪ੍ਰਦੇਸ਼ ਦੀ ਭਾਸ਼ਾ ਸੀ ਉਹ ਉਸ ਟਾਈਮ ਦੀ ਜਿਹੜੀ ਸੀਗੀ ਪੰਜਾਬੀ ਭਾਸ਼ਾ ਹੋਵੇ, ਕਿਉਂਕਿ ਥੋੜਾ ਬਹੁਤਾ ਰੂਪ ਵਿਗੜਨ ਕਰਕੇ ਆ ਉਹ ਅਪਭ੍ਰੰਸ਼ ਜਿਹੜੀ ਭਾਸ਼ਾ ਸੀ ਉਹ ਬਣ ਚੁੱਕੀ ਸੀਗੀ। ਜੋ ਪੂਰਬੀ ਪੰਜਾਬ ਭਾਵ ਕਿ ਰਾਵੀ ਦਰਿਆ ਤੋਂ ਲੈ ਕੇ ਜੋ ਉਸਦੇ ਅੱਗੇ ਵਾਲਾ ਸਾਰਾ ਇਲਾਕਾ ਹੈ ਉਸ ਵਿੱਚ ਬੋਲੀ ਜਾਂਦੀ ਸੀਗੀ। ਤੇ ਅੱਜ ਕੱਲ੍ਹ ਉਸਨੂੰ ਕੀ ਮਾਝਾ ਕਿਹਾ ਜਾਂਦਾ ਹੈ। ਅੱਜ ਕੱਲ੍ਹ ਉਸ ਇਲਾਕੇ ਨੂੰ ਪੂਰਬੀ ਦਰਿਆ ਤੋਂ ਜਿਹੜਾ ਰਾਵੀ ਦਰਿਆ ਤੋਂ ਜਿਹੜਾ ਅੱਗੇ ਵਾਲਾ ਇਲਾਕਾ ਸੀ ਉਹਨੂੰ ਅੱਜ ਕੱਲ੍ਹ ਮਾਝਾ ਕਿਹਾ ਗਿਆ। ਤਾਂ ਇਹ ਬੋਲੀ ਜਿਹੜੀ ਮੱਧ ਪ੍ਰਦੇਸ਼ ਦੀ ਬੋਲੀ ਦਾ ਨਮੂਨਾ ਮਿਲਦਾ, ਮੱਧ ਪ੍ਰਦੇਸ਼ ਦੀ ਬੋਲੀ ਦਾ, ਉਸ ਜਗ੍ਹਾ ਤੇ ਉਹ ਬੋਲੀ ਜਾਂਦੀ ਸੀ। ਅੱਗੇ ਆਪਾਂ ਗੱਲ ਕਰਦੇ ਹਾਂ 1000 ਈਸਵੀ ਤੋਂ ਲੈ ਕੇ 13ਵੀਂ ਸਦੀ ਤੱਕ। ਸੀਗੀ 13ਵੀਂ ਸਦੀ ਤੱਕ। ਜਿਹੜਾ 13ਵੀਂ ਸਦੀ ਤੱਕ ਦਾ ਸਮਾਂ ਮੰਨਿਆ ਜਾਂਦਾ, ਉਹਦੇ ਵਿੱਚ ਜਿਹੜੇ ਜੋਗੀ ਸੀ, ਜੋਗੀ ਨਾਥ ਸੀ, ਜੋਗੀਆਂ ਨੇ ਬਹੁਤ ਜ਼ਿਆਦਾ ਜਿਹੜੀ ਸਾਹਿਤ ਦੀ ਰਚਨਾ ਕੀਤੀ। ਜੋਗੀਆਂ ਦਾ ਉਸ ਟਾਈਮ ਦਾ ਇਹ ਸਮਾਂ ਜਿਹੜਾ ਮੰਨਿਆ ਗਿਆ ਹੈ। ਇਸ ਸਮੇਂ ਜਿਹੜਾ ਪੰਜਾਬੀ ਬੋਲੀ ਸੀ, ਪੰਜਾਬੀ ਬੋਲੀ ਦਾ ਆਪਾਂ ਕਹਿ ਲਈਏ ਕਿ ਮੂੰਹ ਮੱਥਾ ਨਿਖਰ ਰਿਹਾ ਸੀ, ਪੰਜਾਬੀ ਬੋਲੀ ਵਿੱਚ ਨਿਖਾਰ ਆ ਰਿਹਾ ਸੀਗਾ। ਉਹ ਬੋਲੀ ਆਮ ਲੋਕਾਂ ਵਿੱਚ ਸੀ ਜਿਹੜੀ ਉਹ ਪੂਰਨ ਤੌਰ ਤੇ ਜਿਹੜੀ ਪ੍ਰਚਲਿਤ ਸੀਗੀ, ਉਸ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਸੋਧ ਉਸ ਟਾਈਮ ਤੇ ਹੋਏ ਸੀਗੇ। ਇਸ ਸਮੇਂ ਦੀ ਜਿਹੜੀ ਰਚਨਾ ਸੀਗੀ ਉਹ ਲਗਭਗ ਰਚਨਾ ਕੀਤੀ ਜੋਗੀਆਂ ਨੇ ਤੇ ਉਸ ਟਾਈਮ ਦੇ ਨਾਥਾਂ ਨੇ ਆਪਣੇ ਮਤ ਪ੍ਰਚਾਰ ਲਈ ਕੀਤੀ ਸੀਗੀ। ਭਾਵਾਂ ਕਿ ਉਹਨਾਂ ਦੇ ਜਿਹੜਾ ਸਾਹਿਤ ਲਿਖਿਆ ਸੀ ਜੋਗੀਆਂ ਨੇ ਉਹਦੇ ਵਿੱਚ ਜਿਹੜੀ ਅੱਜ ਦੀ ਪੰਜਾਬੀ ਦੇ ਸ਼ਬਦ ਨੇ ਉਹ ਬਹੁਤ ਘੱਟ ਮਿਲਦੇ ਨੇ, ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਜੋਗੀ ਨਾਥ ਸੀਗੇ ਉਹਨਾਂ ਦੇ ਪੰਜਾਬੀ ਵਿੱਚ ਜਿੰਨੇ ਵੀ ਸ਼ਬਦ ਮਿਲਦੇ ਨੇ, ਜੋ ਵੀ ਆਪਾਂ ਨੂੰ ਪੰਜਾਬੀ ਮਿਲਦੀ ਹੈ, ਉਹਨਾਂ ਨੇ ਪੰਜਾਬੀ ਦਾ ਮੂੰਹ ਮੱਥਾ ਨਿਖੇਰਨ ਵਿੱਚ ਬਹੁਤ ਹੀ ਜ਼ਿਆਦਾ ਕੀ ਹੈ ਸਹਾਇਤਾ ਕੀਤੀ ਹੈ, ਬਹੁਤ ਜ਼ਿਆਦਾ ਯੋਗਦਾਨ ਪਾਇਆ। ਉਸ ਸਮੇਂ ਦੇ ਜਿਹੜੇ ਕੁਝ ਜੋਗੀ ਨਾਥ ਸੀ, ਪ੍ਰਸਿੱਧ ਜੋਗੀ ਸੀ, ਉਹ ਸਨ ਜਿਹੜੇ ਜੋਗ ਮਤ ਦਾ ਪ੍ਰਚਾਰ ਕਰ ਲਏ ਸੀਗੇ। ਉਹਨਾਂ ਵਿੱਚ ਉਹਨਾਂ ਦੇ ਨਾਮ ਨੇ ਜਿਵੇਂ ਮਛੰਦਰ ਨਾਥ, ਚਰਪਟ ਨਾਥ, ਅੱਗੇ ਆਪਾਂ ਗੱਲ ਕਰੀਏ ਚੌਰੰਗੀ ਲਾਲ, ਰਤਨ ਲਾਲ ਤੇ ਗੋਪੀ ਨਾਥ। ਇਹ ਕੁਝ ਇਹੋ ਜਿਹੇ ਜੋਗੀ ਨਾਥ ਸੀ ਜਿਨ੍ਹਾਂ ਨੇ ਸਾਹਿਤ ਦੀ ਰਚਨਾ ਬੜੇ ਹੀ ਵਧੀਆ ਤਰੀਕੇ ਨਾਲ ਕੀਤੀ। ਕੁਝ ਜਿਹੜੇ ਲੇਖਕ ਨੇ ਨਵੇਂ ਸ਼ਬਦ ਆਪਣੇ ਨਾਲ ਪੰਜਾਬੀ ਵਿੱਚ ਲਿਖਾਏ ਇਹਨਾਂ ਨੇ, ਜਿਹੜੇ ਕਿ ਪੰਜਾਬੀ ਵਿੱਚ ਪ੍ਰਚਲਿਤ ਹੋਏ। ਨਵੇਂ ਸ਼ਬਦਾਂ ਨੂੰ ਉੱਥੇ ਇਹਨਾਂ ਨੇ ਜਿਹੜੇ ਸਾਹਿਤਕਾਰ ਸੀ ਉਹਨਾਂ ਨੇ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਉਸ ਟਾਈਮ ਤੇ ਕੁਝ ਜਿਹੜੇ ਭਾਸ਼ਾ ਵਿਗਿਆਨੀ ਨੇ ਉਹ ਪੰਜਾਬੀ ਦਾ ਸਭ ਤੋਂ ਪਹਿਲਾ ਤੇ ਜਿਹੜਾ ਪੁਰਾਤਨ ਕਵੀ ਹੈ ਉਹ ਮੰਨਦੇ ਨੇ ਅਬਦੁੱਲਾ ਰਹਿਮਾਨ ਨੂੰ। ਜਿਹੜੇ ਭਾਸ਼ਾ ਵਿਗਿਆਨੀ ਨੇ ਉਹਨਾਂ ਨੂੰ ਮੰਨਣਾ ਕਿ ਜਿਹੜਾ ਪੰਜਾਬੀ ਦਾ ਸਭ ਤੋਂ ਪੁਰਾਣਾ ਕਵੀ ਸੀ ਉਹ ਸੀ ਅਬਦੁੱਲਾ ਰਹਿਮਾਨ, ਜਿਹੜਾ ਕਿ ਮੁਲਤਾਨ ਦਾ ਰਹਿਣ ਵਾਲਾ ਸੀਗਾ। ਮੁਲਤਾਨ ਦਾ ਰਹਿਣ ਵਾਲਾ ਕਵੀ ਪੰਜਾਬੀ ਦਾ ਸਭ ਤੋਂ ਪੁਰਾਣਾ ਕਵੀ ਮੰਨਿਆ ਜਾਂਦਾ ਹੈ। ਉਸਨੇ 1008 ਈਸਵੀ ਵਿੱਚ ਆਪਣੀ ਇੱਕ ਪੁਸਤਕ ਲਿਖੀ ਸੀ ਜਿਹਦਾ ਨਾਮ ਸੀਗਾ ਸਨੇਹ ਰਾਸਿਆ। ਅਬਦੁੱਲਾ ਰਹਿਮਾਨ ਨੇ ਜਿਹੜੀ ਪੁਸਤਕ ਲਿਖੀ ਸੀ ਉਹਦਾ ਨਾਮ ਸੀਗਾ ਸਨੇਹ ਰਾਸਿਆ, ਜਿਹੜੀ ਉਹਨੇ 1008 ਈਸਵੀ ਵਿੱਚ ਲਿਖੀ ਸੀਗੀ। ਤੇ ਉਹ ਜਿਹੜੀ ਪੁਸਤਕ ਸੀ ਜਿਹੜੀ ਆਪਣੇ ਕਾਲੀਦਾਸ ਦੀ ਮੇਘਦੂਤ ਵਾਂਗ ਸੀ। ਕਾਲੀਦਾਸ ਦੀ ਜੋ ਰਚਨਾ ਮੇਘਦੂਤ ਹੈ ਉਹਦੇ ਵਾਂਗ ਹੀ ਇਹਦੇ ਵਿੱਚ ਕੀ ਸੀਗਾ, ਇੱਕ ਪ੍ਰੇਮ ਦੁਖਿਆਰੀ ਜੋ ਇਸਤਰੀ ਹੈ ਉਹਦੇ ਦਿਲ ਦੀ ਜਿਹੜੀ ਆਵਾਜ਼ ਸੀ ਉਹ
ਰਚਿਤ ਕੀਤੀ ਗਈ ਸੀ, ਉਹ ਲਿਖੀ ਗਈ ਸੀ। ਇਸ ਸਮੇਂ ਭਾਵੇਂ ਕਿ ਜਿਹੜੀ ਪੰਜਾਬੀ ਸੀ ਹਲੇ ਅਪਭ੍ਰੰਸ਼ ਦੇ ਰੂਪ ਵਿੱਚ ਸੀ, ਇੱਕ ਵਿਗੜੀ ਹੋਈ ਭਾਸ਼ਾ ਦੇ ਰੂਪ ਵਿੱਚ ਸੀਗੀ, ਪਰ ਫਿਰ ਵੀ ਇਸ ਸਮੇਂ ਦੇ ਜਿਹੜੇ ਸਾਹਿਤਕਾਰ ਸੀਗੇ ਉਹਨਾਂ ਨੇ ਬਹੁਤ ਹੀ ਵਧੀਆ ਯੋਗਦਾਨ ਦਿੱਤਾ ਪੰਜਾਬੀ ਨੂੰ। ਇੱਕ ਜਿਹੜਾ ਪੰਜਾਬੀ ਦਾ ਵਿਕਾਸ ਸੀਗਾ, ਪੰਜਾਬੀ ਨੂੰ ਇੱਕ ਜਿਹੜਾ ਸਨਮਾਨ ਸੀ ਉਹ ਦਿਵਾਉਣ ਵਿੱਚ ਉਸ ਟਾਈਮ ਦੇ ਸਾਹਿਤਕਾਰਾਂ ਨੇ ਆਪਣਾ ਬਹੁਤ ਹੀ ਜਿਹੜਾ ਵਧੀਆ ਯੋਗਦਾਨ ਪਾਇਆ। ਇਸ ਸਮੇਂ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਰਹੀ ਆ ਉਹ ਕਿਹੜੀ ਸੀ? ਇਸ ਸਮੇਂ ਦੀ ਮਹੱਤਵਪੂਰਨ ਗੱਲ ਸੀਗੀ ਕਿ ਪੰਜਾਬੀ ਭਾਸ਼ਾ ਉੱਤੇ ਜਿਹੜਾ ਇਸਲਾਮੀ ਸੱਭਿਆਚਾਰ ਸੀਗਾ ਉਸ ਦਾ ਜਿਹੜਾ ਪ੍ਰਭਾਵ ਸੀਗਾ, ਜਿਹੜਾ ਇਸਲਾਮੀ ਧਰਮ ਸੀਗਾ ਉਸ ਦਾ ਜਿਹੜਾ ਪ੍ਰਭਾਵ ਸੀਗਾ ਉਹ ਪ੍ਰਤੱਖ ਰੂਪ ਵਿੱਚ ਪਿਆ। ਸਿੱਧੇ ਤੌਰ ਤੇ ਜਿਹੜਾ ਇਸਲਾਮੀ ਸੱਭਿਆਚਾਰ ਤੇ ਇਸਲਾਮੀ ਜਿਹੜਾ ਧਰਮ ਸੀ ਉਹਨੇ ਆਪਦਾ ਪ੍ਰਭਾਵ ਸਿੱਧੇ ਰੂਪ ਵਿੱਚ ਇਸ ਟਾਈਮ ਤੇ ਜਿਹੜੀ ਪੰਜਾਬੀ ਭਾਸ਼ਾ ਸੀ ਉਹਦੇ ਉੱਤੇ ਪਾਇਆ। ਜਿਹੜੀ ਪੰਜਾਬੀ ਸ਼ਬਦਾਵਲੀ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਬਦ ਸੀ ਉਹ ਅਰਬੀ ਫਾਰਸੀ ਭਾਸ਼ਾ ਦੇ ਸ਼ਬਦ ਇਸ ਵਿੱਚ ਸ਼ਾਮਲ ਹੋਏ ਸਨ। ਅੱਗੇ ਆਪਾਂ ਗੱਲ ਕਰਦੇ ਹਾਂ 13ਵੀਂ ਸਦੀ ਤੋਂ ਲੈ ਕੇ 1760 ਈਸਵੀ ਤੱਕ। 13ਵੀਂ ਸਦੀ ਤੋਂ ਲੈ ਕੇ 1708 ਤੱਕ ਕੀ ਇਸ ਦਾ ਪੰਜਾਬੀ ਭਾਸ਼ਾ ਦਾ ਕੀ ਸਮਾਂ ਰਿਹਾ ਇੱਥੇ? ਜਿਹੜਾ 1708 ਤੱਕ ਸੀ, ਇਸ ਜਿਹੜਾ ਕਾਲ ਸੀਗਾ, ਇਹ ਜਿਹੜਾ ਕਾਲ ਸੀ ਪੰਜਾਬੀ ਭਾਸ਼ਾ, ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਇਹਨੂੰ ਮੱਧਕਾਲ ਵੀ ਕਿਹਾ ਗਿਆ ਕਿ ਜਿਹੜਾ 13ਵੀਂ ਸਦੀ ਤੋਂ ਲੈ ਕੇ 1708 ਤੱਕ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੱਕ ਮੱਧਕਾਲ ਸੀ। ਪੰਜਾਬੀ ਭਾਸ਼ਾ ਦੇ ਸਾਹਿਤ ਤੇ ਵਿਕਾਸ ਲਈ ਇਹ ਬਹੁਤ ਹੀ ਗੌਰਵਮਈ ਰਿਹਾ ਗਾ। ਬਹੁਤ ਹੀ ਜ਼ਿਆਦਾ ਪੰਜਾਬੀ ਭਾਸ਼ਾ ਨੂੰ ਜੋ ਮਾਣ ਤੇ ਸਨਮਾਨ ਸੀ ਉਹ ਇਸ ਸਮੇਂ ਦੇ ਵਿੱਚ ਮਿਲਿਆ। ਇਸ ਕਾਲ ਵਿੱਚ ਜਿਹੜਾ ਆਪਣਾ ਪੰਜਾਬੀ ਸਾਹਿਤ ਸੀ ਉਸ ਦੇ ਆਕਾਰ ਤੇ ਪ੍ਰਕਾਰ ਦੋਹਾਂ ਵਿੱਚ ਹੀ ਬਹੁਤ ਹੀ ਜ਼ਿਆਦਾ ਜਿਹੜੀ ਇੰਪਰੂਵਮੈਂਟ ਹੋਈ ਸੀ। ਬਹੁਤ ਹੀ ਜ਼ਿਆਦਾ ਜਿਹੜਾ ਉਹਦਾ ਰੂਪ ਸੀ ਸਾਹਿਤ ਦਾ ਆਕਾਰ ਤੇ ਪ੍ਰਕਾਰ ਦੋਨੇ ਤਰੀਕੇ ਨਾਲ ਜਿਹੜਾ ਸਾਹਿਤ ਦਾ ਰੂਪ ਸੀ ਉਹ ਨਿਖਰਿਆ। ਇਸ ਜਿਹੜਾ ਕਾਲ ਸੀਗਾ ਇਸ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਕਵੀ, ਬਹੁਤ ਸਾਰੇ ਜਿਹੜੇ ਆਪਣੇ ਸੀ ਕਹਾਣੀਕਾਰ ਜਾਂ ਨਾਟਕਕਾਰ, ਬਹੁਤ ਸਾਰੇ ਜਿਹੜੇ ਸਾਹਿਤਕਾਰ ਸੀ ਉਹ ਨਿਕਲ ਕੇ ਸਾਹਮਣੇ ਆਏ। ਇਸ ਦਾ ਮੁੱਖ ਕਾਰਨ ਸੀਗਾ ਕਿ 13ਵੀਂ ਸਦੀ ਤੋਂ ਲੈ ਕੇ 1708 ਈਸਵੀ ਤੱਕ ਜੋ ਰਾਜਨੀਤਿਕ ਉਥਲ-ਪੁਥਲ ਸੀ ਉਹ ਬਹੁਤ ਹੀ ਜ਼ਿਆਦਾ ਕੀ ਸੀਗੀ, ਘਟ ਗਈ ਸੀਗੀ। ਰਾਜਨੀਤਿਕ ਇਸ 'ਚ ਸਥਿਰਤਾ ਰਹੀ ਸੀ, ਤਾਂ ਕਰਕੇ ਜਿਹੜਾ ਪੰਜਾਬੀ ਦਾ ਵਿਕਾਸ ਸੀ ਉਹ ਗੌਰਵਮਈ ਰੂਪ ਵਿੱਚ ਆਇਆ। ਇੱਥੇ ਇੱਕ ਸੂਫੀ ਕਾਵਿ ਦੇ ਨਾਲ ਨਾਲ ਭਗਤੀ ਲਹਿਰ ਦਾ ਜੋ ਰਚਨਾ ਸੀਗੀ ਭਗਤੀ ਲਹਿਰ ਦੇ ਉਹ ਵੀ ਬੜੇ ਹੀ ਚੰਗੇ ਤਰੀਕੇ ਨਾਲ ਹੋਈ। ਇਸ ਸਮੇਂ ਜਿੱਥੇ ਸੂਫੀ ਕਵੀਆਂ ਨੇ ਰੱਬੀ ਪ੍ਰੇਮ ਤੇ ਵੀਰੋਂ ਦੇ ਗੀਤ ਗਾਏ, ਵੀਰੋਂ ਦੇ ਰਿਲੇਟਡ ਜਿਹੜੀਆਂ ਕਵਿਤਾਵਾਂ ਸੀ ਉਹ ਲਿਖੀਆਂ, ਉੱਥੇ ਹੀ ਜਿਹੜੇ ਸਿੱਖ ਗੁਰੂ ਸਾਹਿਬਾਨ ਸੀ ਉਹਨਾਂ ਨੇ ਜਿਹੜੀ ਧੁਰ ਦੀ ਬਾਣੀ ਸੀਗੀ, ਧੁਰ ਕੀ ਬਾਣੀ ਕੀ ਉੱਥੇ ਰਚਨਾ ਕੀਤੀ। ਤਾਂ ਇੱਥੇ ਉਹਨਾਂ ਨੇ ਪੰਜਾਬੀ ਨੂੰ ਇੰਨਾ ਕੁ ਮਾਣ ਸਨਮਾਨ ਦਿਵਾਇਆ, ਪੰਜਾਬੀ ਨੂੰ ਉਹਨਾਂ ਨੇ ਇੰਨੇ ਕੁ ਸਿਖਰ ਤੇ ਪਹੁੰਚਾਇਆ ਕਿ ਇਸ ਨੂੰ ਸੂਖਮ ਤੇ ਦਾਰਸ਼ਨਿਕ ਜਿਹੜੇ ਵਿਚਾਰ ਸੀ ਪ੍ਰਗਟਾਉਣ ਵਿੱਚ, ਦਾਰਸ਼ਨਿਕ ਵਿਚਾਰ ਪੇਸ਼ ਕਰਨ ਵਿੱਚ ਸਮਰੱਥ ਬਣਾ ਦਿੱਤਾ। 13ਵੀਂ ਸਦੀ ਵਿੱਚ ਜਿਹੜੇ ਆਪਣੇ ਬਾਬਾ ਫਰੀਦ ਜੀ ਤੇ ਸ਼ਾਹ ਹੁਸੈਨ ਔਰ ਜਿਹੜੇ ਬੁੱਲੇ ਸ਼ਾਹ ਜੀ ਹੋਏ ਨੇ ਉਹਨਾਂ ਵੱਲੋਂ ਲਿਖੇ ਗਏ ਸਾਹਿਤ ਵਿੱਚ ਜਿਹੜਾ ਵਿਸ਼ੇ ਵਸਤੂ ਸੀ ਉਹਦੀ ਗੰਭੀਰਤਾ ਤੋਂ ਛੁੱਟ ਭਾਸ਼ਾ ਦਾ ਪੱਧਰ ਵੀ ਮਿਆਰੀ ਹੈ, ਜਿਹੜਾ ਭਾਸ਼ਾ ਦਾ ਪੱਧਰ ਵੀ ਹੈ ਉਹ ਵੀ ਸੁਧਾਰੂ ਰੂਪ ਵਿੱਚ ਪੇਸ਼ ਹੋਇਆ। ਜਿਹੜੀਆਂ ਇਹ ਕਵਿਤਾਵਾਂ ਨੇ ਉਹ ਜਨ ਸੁਧਾਰਨ ਦੇ ਵੀ, ਆਮ ਲੋਕਾਂ ਦੇ ਵੀ ਬਹੁਤ ਹੀ ਨੇੜੇ ਸਨ। ਤੇ ਇਸ ਕਾਲ ਵਿੱਚ ਜਿਹੜੀ ਸਭ ਤੋਂ ਉੱਤਮ ਪੰਜਾਬੀ ਰਚਨਾ ਹੋਈ ਹੈ, ਜਿਹੜੀ ਸਭ ਤੋਂ ਵਧੀਆ ਆਪਾਂ ਪੰਜਾਬੀ ਰਚਨਾ ਮੰਨ ਲਈਏ, ਉਹ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੇ ਹੋਰ ਜਿਹੜੇ ਸਿੱਖ ਗੁਰੂ ਹਨ ਉਹਨਾਂ ਦੀ ਮੰਨੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਮਹਾਨ ਜਿਹੜਾ ਯੋਗਦਾਨ ਸੀ ਉਹਦੇ ਸਦਕਾ ਲੋਕਾਂ ਦਾ ਧਿਆਨ ਆਪਣੇ ਸੱਭਿਆਚਾਰ ਵੱਲ, ਆਪਣੀਆਂ ਪਰੰਪਰਾਵਾਂ ਵੱਲ ਤੇ ਆਪਣੀਆਂ ਜਿਹੜੀਆਂ ਵੱਡਮੁੱਲੀਆਂ ਸਮਾਜਿਕ ਕੀਮਤਾਂ ਨੇ ਉਹਨਾਂ ਵੱਲ ਦਿਵਾਇਆ। ਤਾਂ ਜੋ ਪੰਜਾਬੀ ਦਾ ਮਾਣ ਸਨਮਾਨ ਆਮ ਲੋਕਾਂ ਵਿੱਚ ਵੀ ਪੈਦਾ ਹੋਇਆ। ਆਮ ਲੋਕਾਂ ਨੇ ਵੀ ਜਿਹੜੀ
ਪੰਜਾਬੀ ਭਾਸ਼ਾ ਉਹਨਾਂ ਨੂੰ ਮਾਨ ਸਨਮਾਨ ਬਖਸ਼ਣਾ ਸ਼ੁਰੂ ਕਰ ਦਿੱਤਾ। ਜੋ ਗੁਰੂ ਆਪਣੇ ਅਰਜਨ ਦੇਵ ਜੀ ਸੀਗੇ, ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਦੀ ਸੰਪਾਦਨਾ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਣ ਕਰਕੇ ਪੰਜਾਬੀ ਨੂੰ ਬਹੁਤ ਹੀ ਵਡਮੁੱਲਾ ਖਜ਼ਾਨਾ ਬਣਿਆ ਮਿਲਿਆ। ਪੰਜਾਬੀ ਨੂੰ ਇੱਕ ਬਹੁਤ ਹੀ ਪਵਿੱਤਰ ਤੇ ਇੱਜ਼ਤਦਾਰ ਜਿਹੜੀ ਭਾਸ਼ਾ ਸੀ ਉਹ ਮੰਨੀ ਜਾਣ ਲੱਗੀ। ਉਸ ਸਮੇਂ ਜਿਹੜੇ ਭਾਈ ਗੁਰਦਾਸ ਜੀ ਸੀ ਉਹਨਾਂ ਨੇ 36 12 ਦੀ ਰਚਨਾ ਕੀਤੀ। ਜੋ 36 12 ਦੀ ਰਚਨਾ ਉਹ ਵੀ ਕੀ ਆ ਪੰਜਾਬੀ ਵਿੱਚ ਕੀਤੀ ਗਈ। ਤਾਂ ਇਸ ਕਰਕੇ ਜਿਹੜੇ ਬਹੁਤ ਸਾਰੇ ਉਸ ਟਾਈਮ ਤੇ ਸਾਹਿਤਕਾਰ ਸੀ, ਕਵੀਕਾਰ ਸੀ, ਸੂਫੀ ਜਿਹੜੇ ਸਾਹਿਤਕਾਰ ਸੀ, ਉਹਨਾਂ ਨੇ ਆਪਣੀ ਆਪਣੀ ਤਰਫ ਤੋਂ ਪੂਰਾ ਜਿਹੜਾ ਯੋਗਦਾਨ ਸੀਗਾ ਉਹ ਪੰਜਾਬੀ ਭਾਸ਼ਾ ਨੂੰ ਵਿਕਾਸ ਕਰਨ ਵਿੱਚ, ਵਿਕਸਿਤ ਕਰਨ ਵਿੱਚ, ਪੰਜਾਬੀ ਭਾਸ਼ਾ ਨੂੰ ਸਨਮਾਨ ਦੇਣ ਵਿੱਚ ਗੁਜ਼ਾਰਿਆ। ਅੱਗੇ ਆਪਾਂ ਗੱਲ ਕਰਦੇ ਹਾਂ 1708 ਤੋਂ ਲੈ ਕੇ 1850 ਈਸਵੀ ਦੇ ਸਮੇਂ ਤੱਕ। 1708 ਤੋਂ ਲੈ ਕੇ 1850 ਤੱਕ ਕਿ ਉਸ ਟਾਈਮ ਤੇ ਸਮਾਂ ਕੀ ਰਿਹਾ ਸੀਗਾ। 1708 ਤੋਂ ਲੈ ਕੇ ਜਿਹੜਾ 1850 ਦਾ ਸਮਾਂ ਸੀ ਉਹਦੇ ਵਿੱਚ ਕੀ ਸੀਗਾ, ਜਿਹੜਾ ਮੁਗਲ ਰਾਜ ਸੀ ਉਹਦਾ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ। ਇੱਥੋਂ ਤੱਕ ਕਿ ਕਹਿ ਲਈਏ ਕਿ ਆਪਾਂ ਮੁਗਲ ਰਾਜ ਦੇ ਜੋ ਪਤਨ ਦਾ ਸਮਾਂ ਸੀਗਾ ਤੇ ਸਿੱਖ ਰਾਜ ਦੇ ਜਿਹੜਾ ਜੋ ਆਪਣਾ ਸਥਾਪਨਾ ਦਾ ਸਮਾਂ ਸੀਗਾ, ਉਸ ਟਾਈਮ ਤੇ ਸਿੱਖ ਰਾਜ ਦੀ ਜਿਹੜੀ ਸਥਾਪਨਾ ਹੋ ਚੁੱਕੀ ਸੀ ਪੂਰਨ ਰੂਪ ਤੇ। ਕਿ ਮੁਗਲਾਂ ਦੇ ਪਤਨ ਤੋਂ ਬਾਅਦ ਭਾਵੇਂ ਕਿ ਜੋ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਦਾ ਰਾਜ ਆ ਗਿਆ ਸੀ, ਪਰ ਫਿਰ ਵੀ ਇੱਥੇ ਆਪਾਂ ਕਹਿ ਲਈਏ ਕਿ ਇੱਕ ਦੁੱਖ ਦੀ ਗੱਲ ਸੀਗੀ, ਜਿਹੜੀ ਪੰਜਾਬੀ ਸੀਗੀ ਉਹਨੂੰ ਰਾਜ ਭਾਸ਼ਾ ਦਾ ਜਿਹੜਾ ਦਰਜਾ ਨਹੀਂ ਮਿਲਿਆ ਸੀ, ਜਿਸ ਦੀ ਕਿ ਲੋਕਾਂ ਵੱਲੋਂ, ਜਿਸ ਦੀ ਕਿ ਸਾਹਿਤਕਾਰਾਂ ਵੱਲੋਂ ਬਹੁਤ ਵੱਡੀ ਉਮੀਦ ਸੀ। ਤਾਂ ਇਸ ਦਾ ਜਿਹੜਾ ਮੇਨ ਰੀਜ਼ਨ ਸੀ, ਇਸ ਦਾ ਜਿਹੜਾ ਮੇਨ ਕਾਰਨ ਸੀ, ਉਦੋਂ ਉੱਥੋਂ ਰਾਜਨੀਤਿਕ ਜਿਹੜੀ ਉਥਲ ਪੁਥਲ ਹੋਈ ਸੀ ਉਹ ਬਹੁਤ ਜ਼ਿਆਦਾ ਸੀਗੀ। 1708 ਤੋਂ ਲੈ ਕੇ 1850 ਤੱਕ ਦੀ ਰਾਜਨੀਤਿਕ ਉਥਲ ਪੁਥਲ ਦਾ ਦੇ ਕਾਰਨ ਜਿਹੜਾ ਪੰਜਾਬੀ ਭਾਸ਼ਾ ਦਾ ਵਿਕਾਸ ਹੋਣਾ ਚਾਹੀਦਾ ਸੀ ਉਸ ਟਾਈਮ 'ਚ ਉਹ ਨਹੀਂ ਹੋ ਪਾਇਆ। ਤਾਂ ਇਸ ਸਮੇਂ ਜਿਹੜੇ ਸਾਹਿਤਕ ਰਚਨਾ ਹੋਈ ਉਹ ਬੋਲੀ ਦੇ ਪੱਖ ਤੋਂ, ਬੋਲੀ ਦੇ ਸੁਧਾਰ ਦੇ ਪੱਖ ਤੋਂ ਇਸ ਸਮੇਂ ਦੇ ਨਾਲੋਂ ਬਹੁਤੀ ਚੇਂਜ ਨਹੀਂ ਸੀ, ਲਗਭਗ ਪਹਿਲਾਂ ਵਾਲੇ ਸਮੇਂ ਨਾਲ ਹੀ ਜੋ ਮਿਲਦੀ ਜੁਲਦੀ ਸੀ। ਤਾਂ ਇਸ ਸਮੇਂ ਦੇ 1708 ਤੇ 1850 ਦੇ ਸਮੇਂ ਦੇ ਜੋ ਪ੍ਰਮੁੱਖ ਕਵੀ ਰਹੇ ਨੇ ਜਾਂ ਫਿਰ ਪ੍ਰਮੁੱਖ ਆਪਾਂ ਸਾਹਿਤਕਾਰ ਕਹਿ ਲਈਏ ਰਹੇ ਨੇ, ਕਵੀ ਉਦੋਂ ਦੇ ਰਹੇ ਨੇ ਹਾਸ਼ਮ, ਕਾਦਰਯਾਰ, ਸ਼ਾਹ ਮੁਹੰਮਦ, ਇਮਾਮ ਬਖਸ਼ ਆਦਿ ਜਿਹੜੇ ਕਵੀ ਸੀ ਇਸ ਟਾਈਮ ਵਿੱਚ ਰਹੇ ਨੇ। ਕਿੱਸਿਆਂ ਤੋਂ ਇਲਾਵਾ ਇਸ ਕਾਲ ਵਿੱਚ ਹੋਰ ਵੀ ਜਿਹੜਾ ਸਾਹਿਤ ਸੀ ਉਹ ਲਿਖਿਆ ਗਿਆ, ਜਿਵੇਂ ਕਿ ਜੰਗਨਾਮੇ, 12 ਮਾਹੇ, ਸ਼ਹਫੀਦੀਆਂ ਆਦਿ ਜਿਹੜੀਆਂ ਸ਼ਹਿਰਫੀਆਂ ਜਿਹੜੀਆਂ ਸੀਗੀਆਂ। ਇਸ ਸਾਹਿਤ ਦੀ ਰਚਨਾ 1850 ਦਾ ਜਿਹੜਾ ਸਮਾਂ ਸੀ ਉਦੋਂ ਹੋਇਆ। ਕਵਿਤਾ ਨਾਲੋਂ ਇਸ ਸਮੇਂ ਵਿੱਚ ਅਗਰ ਗੱਲ ਕਰੀਏ ਆਪਾਂ ਕਿ ਸਾਹਿਤ ਦੀ ਰਚਨਾ ਤਾਂ ਬਹੁਤ ਹੋਈ, ਪਰ ਜਿਹੜਾ ਵਾਰਤਕ ਦਾ ਵਿਕਾਸ ਸੀ ਉਹ ਹੋਰ ਜਿਹੜਾ ਸਾਹਿਤ ਸੀ ਉਸ ਨਾਲ, ਕਵਿਤਾ ਜਿਹੜਾ ਸਾਹਿਤ ਸੀ ਉਸ ਨਾਲੋਂ ਜ਼ਿਆਦਾ ਇਸ ਦਾ ਜਿਹੜਾ ਸੀਗਾ ਵਿਕਾਸ ਇਸ ਸਮੇਂ ਹੋਇਆ। ਤਾਂ ਜਿਹੜਾ ਵਾਰਤਕ ਰਚਨਾ ਸੀ ਅਗਰ ਉਹਦਾ ਆਰੰਭ ਮੰਨਿਆ ਜਾਵੇ ਤਾਂ ਜਿਹੜੇ ਲੁਧਿਆਣੇ ਸਾਈਡ ਦੇ ਈਸਾਈ ਮਿਸ਼ਨਰੀਆਂ ਸੀਗੀਆਂ ਉਹਨਾਂ ਨੇ ਵਾਰਤਕ ਦਾ ਜਿਹੜਾ ਆਰੰਭ ਕੀਤਾ ਸੀਗਾ। ਤਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪੰਜਾਬੀ ਦਾ ਪਹਿਲਾ ਵਿਆਕਰਣ ਹੈ, ਪੰਜਾਬੀ ਦਾ ਪਹਿਲਾ ਵਿਆਕਰਣ 1812 ਵਿੱਚ ਲਿਖਿਆ ਗਿਆ। 1708 ਦੇ ਤੋਂ 1850 ਦੇ ਸਮੇਂ ਵਿੱਚ ਸੀਗਾ ਜਿਹੜਾ ਪੰਜਾਬੀ ਦਾ ਵਿਆਕਰਣ ਲਿਖਿਆ ਗਿਆ। ਕਿਹੜੇ ਸਾਲ ਵਿੱਚ ਲਿਖਿਆ ਗਿਆ ਸੀ? 1812 ਵਿੱਚ ਪੰਜਾਬੀ ਦਾ ਪਹਿਲਾ ਜਿਹੜਾ ਵਿਆਕਰਣ ਸੀ ਉਹ ਲਿਖਿਆ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ 1850 ਤੋਂ ਲੈ ਕੇ 1947 ਤੱਕ ਦੀ। 1850 ਤੋਂ ਲੈ ਕੇ 1947 ਤੱਕ ਜਿਹੜਾ ਪੰਜਾਬੀ ਦਾ ਵਿਕਾਸ ਆ ਉਹ ਕਿਸ ਤਰੀਕੇ ਦਾ ਰਿਹਾ। ਹੁਣ ਜਿਹੜਾ 1850 ਤੱਕ ਦਾ ਸਮਾਂ ਸੀ ਇੱਥੇ ਜਿਹੜੇ ਸਿੱਖ ਰਾਜ ਦੀ ਸਥਾਪਨਾ ਹੋਈ ਸੀ, ਪਰ 1850 ਤੋਂ ਲੈ ਕੇ 1947 ਤੱਕ ਜਿਹੜਾ ਆਪਣਾ ਪੰਜਾਬ ਸੀ, ਜਿਹੜਾ ਆਪਣਾ ਭਾਰਤ ਸੀਗਾ ਉਹ ਕੀ ਸੀਗਾ, ਉਹ ਅੰਗਰੇਜ਼ਾਂ ਦੇ ਕਬਜ਼ੇ ਹੇਠ ਸੀ। ਇੱਥੇ ਅੰਗਰੇਜ਼ਾਂ ਨੇ ਆਪਾਂ ਨੂੰ ਗੁਲਾਮ ਕੀਤਾ ਹੋਇਆ ਸੀ। ਆਪਣਾ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਆਪਣੇ ਉੱਪਰ ਪੂਰਾ ਜਿਹੜਾ ਪ੍ਰਭਾਵ ਸੀ ਉਹ ਪੈ ਰਿਹਾ ਸੀਗਾ। ਤੇ ਇਸ ਕਾਲ ਵਿੱਚ
ਅੰਗਰੇਜ਼ਾਂ ਦਾ ਕਬਜ਼ਾ ਹੋਣ ਕਰਕੇ ਜਿਹੜਾ ਸੀਗਾ ਪੰਜਾਬੀ ਉੱਤੇ ਅੰਗਰੇਜ਼ੀ ਲਿਟਰੇਚਰ ਦਾ ਆਪਾਂ ਕਹਿ ਲਈਏ ਅੰਗਰੇਜ਼ੀ ਭਾਸ਼ਾ ਦਾ ਜੋ ਪ੍ਰਭਾਵ ਸੀ ਉਹ ਪੈਣਾ ਸ਼ੁਰੂ ਹੋ ਗਿਆ। ਪੰਜਾਬੀ ਦੇ ਇਦੋਂ ਪਹਿਲਾਂ ਤੱਕ ਕੀ ਸੀਗਾ, ਇਸ ਸਮੇਂ ਤੋਂ ਪਹਿਲਾਂ ਤੱਕ ਉੱਥੇ ਕੀ ਸੀਗਾ, ਅਰਬੀ ਫਾਰਸੀ ਭਾਸ਼ਾ ਦਾ ਪ੍ਰਭਾਵ ਸੀਗਾ। ਪਰ ਜਿਵੇਂ ਹੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਜਿਹੜੀ ਭਾਰਤ ਵਿੱਚ ਹੋਈ, ਜਿਹੜਾ ਅੰਗਰੇਜ਼ਾਂ ਦਾ ਕਬਜ਼ਾ ਭਾਰਤ ਉੱਤੇ ਹੋਇਆ, ਜਿਹੜੀ ਪੰਜਾਬੀ ਭਾਸ਼ਾ ਸੀ ਸਾਡੀ ਉਹ ਸਿੱਧੇ ਤੌਰ ਤੇ ਡਾਇਰੈਕਟਲੀ ਉਹ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਹੇਠ ਆ ਗਈ। ਤੇ ਜਿਹੜੀ ਅੰਗਰੇਜ਼ੀ ਭਾਸ਼ਾ ਦਾ ਸਾਹਿਤ ਸੀ, ਜਿਹੜੀ ਅੰਗਰੇਜ਼ੀ ਭਾਸ਼ਾ ਦਾ ਸਾਹਿਤ ਸੰਸਾਰਕ ਪੱਧਰ ਦਾ ਸੀਗਾ, ਤਾਂ ਉਸ ਦਾ ਪ੍ਰਭਾਵ ਆਪਣੀ ਪੰਜਾਬੀ ਭਾਸ਼ਾ ਤੇ ਹੋਣਾ ਲਾਜ਼ਮੀ ਸੀ, ਕਿਉਂਕਿ ਉਹ ਭਾਸ਼ਾ ਬਹੁਤ ਜ਼ਿਆਦਾ ਵਿਕਸਿਤ ਸੀ ਪੰਜਾਬੀ ਦੇ ਨਾਲੋਂ, ਤੇ ਉਹਦਾ ਜਿਹੜਾ ਮਿਆਰ ਸੀ ਉਹ ਸੰਸਾਰ ਪੱਧਰਾ ਸੀ, ਉਹਦਾ ਜਿਹੜਾ ਸਾਹਿਤ ਸੀ ਸੰਸਾਰ ਪੱਧਰਾ ਸੀ। ਤਾਂ ਇਹ ਨੈਚੁਰਲ ਜੀ ਗੱਲ ਸੀਗੀ ਕਿ ਸਾਡੀ ਪੰਜਾਬੀ ਭਾਸ਼ਾ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਹੇਠਾਂ ਆਊਗੀ। ਤਾਂ ਜਦੋਂ ਪੰਜਾਬੀ ਭਾਸ਼ਾ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਹੇਠਾਂ ਆਈ ਤਾਂ ਉਸ ਦੇ ਰੂਪ ਵਿੱਚ ਥੋੜੇ ਬਹੁਤ ਪਰਿਵਰਤਨ ਹੋਏ। ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਕਾਰਨ ਪੰਜਾਬੀ ਵਿੱਚ ਜਿਹੜਾ ਕਵਿਤਾ ਸੀ, ਨਾਟਕ ਸੀ, ਜਿਹੜਾ ਵਾਰਤਕ ਸੀ, ਉਹਦਾ ਨਾ ਮੁਹਾਂਦਰਾ ਹੀ ਬਦਲ ਗਿਆ, ਉਹਨਾਂ ਨੂੰ ਲਿਖਣ ਦਾ ਤਰੀਕਾ ਹੀ ਬਦਲ ਗਿਆ। ਸਾਹਿਤ ਦੇ ਵਿਸ਼ਿਆਂ ਵਿੱਚ ਬਹੁਪੱਖੀ ਵੰਨਗੀ ਪ੍ਰਗਟ ਹੋਈ। ਉਸ ਸਮੇਂ ਵਿੱਚ ਜਿਹੜੇ ਭਾਈ ਵੀਰ ਸਿੰਘ ਜੀ ਸੀਗੇ, ਭਾਈ ਵੀਰ ਸਿੰਘ ਨੇ ਉੱਤਮ ਕਵਿਤਾ ਦੀ ਰਚਨਾ ਕੀਤੀ। ਉੱਤਮ ਕਵਿਤਾ ਦੀ ਰਚਨਾ ਕਰਨ ਪਿੱਛੋਂ ਉਹਨਾਂ ਨੇ ਪੰਜਾਬੀ ਵਾਰਤਕ ਵੀ ਲਿਖੇ, ਪੰਜਾਬੀ ਨਿਬੰਧ ਵੀ ਲਿਖੇ, ਪੰਜਾਬੀ ਕਹਾਣੀਆਂ ਵੀ ਲਿਖੀਆਂ, ਪੰਜਾਬੀ ਨਾਟਕ ਤੇ ਜੋ ਨਾਵਲ ਵੀ ਉਹ ਵੀ ਲਿਖੇ। ਤਾਂ ਇਹਦੇ ਵਿੱਚ ਜਿਹੜੀ ਵੰਨ ਸੁਵੰਨਤਾ ਸੀਗੀ ਉਹ ਅੰਗਰੇਜ਼ੀ ਦੇ ਜਿਹੜੇ ਪ੍ਰਭਾਵ ਹੇਠਾਂ ਆਉਣ ਕਰਕੇ ਪੰਜਾਬੀ ਭਾਸ਼ਾ ਵਿੱਚ ਵੀ ਆ ਗਈ। ਜਿਹੜਾ ਸਾਹਿਤ ਦਾ ਰੂਪ ਸੀ ਹੋਰ ਵੀ ਜ਼ਿਆਦਾ ਜਿਹੜਾ ਇੱਥੇ ਨਿਖਰਦਾ ਸਾਨੂੰ ਦਿਸ ਰਿਹਾ ਸੀਗਾ। ਇਸ ਕਾਲ ਵਿੱਚ ਜਿਹੜੇ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਧਾਰ ਸੀ ਉਹ ਇੱਕਦਮ ਤੋਂ ਤਿੱਖੀ ਹੋ ਗਈ ਸੀ। ਇੱਥੇ ਆਪਾਂ ਨੂੰ 13ਵੀਂ ਸਦੀ ਤੋਂ 1708 ਤੱਕ ਕੀ ਸੀਗਾ, ਇਹਦਾ ਜਿਹੜਾ ਬਹੁਤ ਵਧੀਆ ਵਿਕਾਸ ਦਾ ਸਮਾਂ ਰਿਹਾ ਸੀ, ਪਰ ਇੱਥੇ ਆ ਕੇ ਫੇਰ ਇੱਕ ਤਰੀਕੇ ਨਾਲ ਥੋੜਾ ਰੁਕ ਜੇ ਗਿਆ ਸੀ। ਪਰ ਜਿਹੜਾ ਫਿਰ ਆਪਾਂ ਨੂੰ ਆਹ ਸਮਾਂ ਆਇਆ 1947 ਤੱਕ ਦਾ, ਉਦੋਂ ਵੀ ਕੀ ਸੀ, ਜਿਹੜੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਧਾਰ ਸੀ ਉਹ ਤਿੱਖੀ ਹੁੰਦੀ ਸਾਨੂੰ ਨਜ਼ਰ ਆਈ। ਤਾਂ ਇਸ ਕਾਲ ਵਿੱਚ ਜਿਹੜੀ ਪੰਜਾਬੀ ਸਾਹਿਤ ਸੀ, ਕਵਿਤਾ ਤੇ ਜਿਹੜਾ ਵਾਰਤਕ ਸੀਗਾ, ਦੋਹਾਂ ਖੇਤਰਾਂ ਨੇ ਜਿਹੜੀਆਂ ਉਪਲਬਧੀਆਂ ਸੀ, ਨਵੀਆਂ ਉਪਲਬਧੀਆਂ ਹਾਸਲ ਕੀਤੀਆਂ, ਨਵੀਆਂ ਜਿਹੜੀਆਂ ਸਿਖਰਾਂ ਸੀ ਉਹ ਛੂਹ ਲਈਆਂ ਗਈਆਂ। ਪਰ ਭਾਈ ਵੀਰ ਸਿੰਘ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਸਾਹਿਤਕਾਰ ਸੀ ਉਹਨਾਂ ਦਾ ਜਨਮ ਹੋਇਆ। ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣਾ ਆਪਣਾ ਜਿਹੜਾ ਯੋਗਦਾਨ ਸੀਗਾ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਪਾਇਆ। ਜੇਕਰ ਆਪਾਂ ਗੱਲ ਕਰੀਏ ਉਦੋਂ ਜਿਹੜੀਆਂ ਸਾਹਿਤਕਾਰ ਸੀ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ, ਕਵਿਤਾਵਾਂ ਜਾਂ ਕਹਾਣੀਆਂ ਜਾਂ ਫਿਰ ਨਾਵਲ ਕੁਝ ਵੀ ਉਸ ਟਾਈਮ 'ਚ ਲਿਖੇ, ਉਹਨਾਂ ਵਿੱਚੋਂ ਕੁਝ ਜਿਹੜੇ ਸਾਹਿਤਕਾਰ ਸੀਗੇ ਤਾਂ ਉਹ ਸੀਗੇ, ਕੁਝ ਇੱਕ ਲੇਖਕ ਦੀ ਗੱਲ ਕਰਦੇ ਹਾਂ ਆਪਾਂ, ਕਿਰਪਾ ਸਾਗਰ ਸੀਗੇ, ਚਾਤ੍ਰਿਕ ਜੀ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀਗੇ, ਪ੍ਰੋਫੈਸਰ ਪੂਰਨ ਸਿੰਘ ਜੀ, ਮੋਹਨ ਸਿੰਘ ਨਹੀਂ ਪ੍ਰੋਫੈਸਰ ਪੂਰਨ ਸਿੰਘ ਜੀ, ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਦਿਆ ਪੰਜਾਬੀ ਨੂੰ ਵਿਕਸਿਤ ਕਰਨ ਵਿੱਚ ਲਈ। ਪਰ ਅੰਗਰੇਜ਼ੀ ਦੀ ਸ਼ਬਦਾਵਲੀ ਸੀਗੀ ਜਿਹੜੀ ਉਹ ਵਿਚਾਰ ਖੁੱਲ੍ਹ ਕੇ ਪੰਜਾਬੀ ਸਾਹਿਤ ਜਾਂ ਪੰਜਾਬੀ ਭਾਸ਼ਾ ਵਿੱਚ ਦਖਲ ਹੋਏ, ਉਹਨਾਂ ਦਾ ਪੰਜਾਬੀ ਭਾਸ਼ਾ ਵਿੱਚ ਦਾਖਲਾ ਕੀਤਾ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ 1947 ਤੋਂ ਲੈ ਕੇ ਹੁਣ ਤੱਕ ਦੀ, ਕਿਉਂਕਿ 1947 ਵਿੱਚ ਜਿਹੜਾ ਆਪਣਾ ਭਾਰਤ ਸੀ ਉਹ ਆਜ਼ਾਦ ਹੋ ਚੁੱਕਿਆ ਸੀਗਾ। ਪੰਜਾਬ ਰਾਜ ਦੀ ਜੋ ਵੰਡ ਹੋ ਚੁੱਕੀ ਸੀ, ਇੱਕ ਪੰਜਾਬ ਲਹਿੰਦਾ ਪੰਜਾਬ ਬਣ ਚੁੱਕਿਆ ਸੀਗਾ ਤੇ ਇੱਕ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਬਣ ਚੁੱਕਿਆ ਸੀ। ਲਹਿੰਦੇ ਪੰਜਾਬ ਵਿੱਚ ਜਿਹੜੀ ਪੰਜਾਬੀ ਸੀਗੀ ਉਹ ਉਰਦੂ ਭਾਸ਼ਾ ਦੇ ਜਿਹੜੇ ਅਧੀਨ ਆ ਗਈ ਸੀ, ਉਰਦੂ ਭਾਸ਼ਾ ਦੇ ਪ੍ਰਭਾਵ ਹੇਠਾਂ ਆ ਗਈ ਸੀ। ਤੇ ਜਿਹੜੇ ਆਪਣੀ ਚੜ੍ਹਦੇ ਪੰਜਾਬ ਦੀ ਭਾਸ਼ਾ ਸੀਗੀ ਉਹ ਤੇ ਕਿਤੇ ਨਾ ਕਿਤੇ ਜਿਹੜੀ ਹਿੰਦੀ ਭਾਸ਼ਾ ਉਹਦਾ ਵੀ ਜਿਹੜਾ ਪ੍ਰਭਾਵ ਉਹ ਤੇ ਆਇਆ। ਤੇ ਅਗਰ ਆਪਾਂ ਗੱਲ ਕਰੀਏ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਇਸ ਸਮੇਂ ਵਿੱਚ ਕਿਵੇਂ ਹੋਇਆ, ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਮੇਂ-ਸਮੇਂ ਸਿਰ ਬਹੁਤ ਸਾਰੇ ਜਿਹੜੇ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ। ਉਪਰਾਲੇ ਦੋਨੋਂ ਪਾਸੋਂ ਹੀ ਹੋ ਰਹੇ ਨੇ, ਸਾਡੇ ਚੜ੍ਹਦੇ ਪੰਜਾਬ ਵਿੱਚ ਵੀ ਹੋ ਰਹੇ ਨੇ ਤੇ ਸਾਡੇ ਜਿਹੜਾ ਲਹਿੰਦਾ ਪੰਜਾਬ ਆ ਉਹਦੇ ਵਿੱਚ ਕੀ ਆ ਜਿਹੜੇ ਉਪਰਾਲੇ ਹੋ ਰਹੇ ਨੇ। ਪਰ ਜਿਵੇਂ ਆਪਾਂ ਗੱਲ ਕੀਤੀ ਕਿ ਜਿਹੜਾ ਲਹਿੰਦਾ ਪੰਜਾਬ ਹੈ ਉੱਥੇ ਜਿਹੜੀ ਪੰਜਾਬੀ ਆ ਉਹ ਉਰਦੂ ਭਾਸ਼ਾ ਦੇ ਪ੍ਰਭਾਵ ਹੇਠਾਂ ਆਈ, ਤੇ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ ਉੱਥੇ ਕੀ ਹੈ ਜਿਹੜੀ ਪੰਜਾਬੀ ਭਾਸ਼ਾ ਦੀ ਉਹ ਹਿੰਦੀ ਦੇ ਪ੍ਰਭਾਵ ਹੇਠਾਂ ਆਈ। ਤਾਂ ਇਸ ਕਰਕੇ ਜਿਹੜੀਆਂ ਦੋਨੇ ਪੰਜਾਬਾਂ ਵਿੱਚ ਬੋਲੀਆਂ ਜਾਣ ਵਾਲੀਆਂ ਪੰਜਾਬੀ ਭਾਸ਼ਾ ਨੇ ਤਾਂ ਉਹਨਾਂ ਵਿੱਚ ਜਿਹੜਾ ਗਾ ਅੰਤਰ ਉਹ ਆ ਗਿਆ।
ਜੇਕਰ ਆਪਾਂ ਗੱਲ ਕਰੀਏ ਪੂਰਬੀ ਪੰਜਾਬ ਦੀ, ਪੂਰਬੀ ਪੰਜਾਬ ਵਿੱਚ 1947 ਵਿੱਚ ਜਿਹੜੀ ਵੰਡ ਤੋਂ ਬਾਅਦ ਇਹ ਭਾਸ਼ਾ ਸੀਗੀ, ਇਹ ਰਾਜ ਭਾਸ਼ਾ ਬਣ ਗਈ ਸੀਗੀ। ਲਹਿੰਦੇ ਪੰਜਾਬ ਵਿੱਚ ਉਰਦੂ ਰਾਜ ਭਾਸ਼ਾ ਬਣੀ, ਤਾਂ ਜਿਹੜਾ ਸਾਡਾ ਚੜ੍ਹਦਾ ਪੰਜਾਬ ਉਹਦੇ ਵਿੱਚ ਪੰਜਾਬੀ ਭਾਸ਼ਾ ਰਾਜ ਭਾਸ਼ਾ ਬਣੀ। ਤਾਂ ਸਰਕਾਰੀ ਜ਼ਰੂਰੀ ਕੰਮਾਂ ਵਿੱਚ ਤੇ ਸਕੂਲਾਂ ਵਿੱਚ ਜਿਹੜੀ ਪੰਜਾਬੀ ਭਾਸ਼ਾ ਸੀ ਉਹ ਕੰਪਲਸਰੀ ਕਰ ਦਿੱਤੀ ਗਈ, ਜ਼ਰੂਰੀ ਕਰ ਦਿੱਤੀ ਗਈ। ਤੇ ਹੁਣ ਤੱਕ ਜਿਹੜੇ ਉਪਰਾਲੇ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਹ ਲਗਾਤਾਰ ਹੁੰਦੇ ਆ ਰਹੇ ਨੇ। ਲਗਾਤਾਰ ਸੰਸਥਾਵਾਂ ਲਗਾ ਲਓ, ਲਗਾਤਾਰ ਸਰਕਾਰਾਂ ਲਗਾ ਲਓ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਕਰ ਰਹੀਆਂ ਨੇ। ਪੰਜਾਬੀ ਭਾਸ਼ਾ ਦੀ ਉન્નਤੀ ਲਈ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੇ ਨਿਤ ਨਵੇਂ ਜਿਹੜੇ ਕਦਮ ਨੇ ਉਹ ਚੁੱਕ ਰਹੀਆਂ ਨੇ। ਪੰਜਾਬ ਦੇ ਜਿਹੜੇ ਬਾਹਰਲੇ ਇਲਾਕੇ ਉਹਨਾਂ ਵਿੱਚ ਲੇਖਕ, ਹੋਰ ਵੀ ਸਾਹਿਤਕਾਰ, ਕਵੀ ਕਹਿ ਲਓ, ਗੀਤਕਾਰ ਕਹਿ ਲਓ, ਆਪਾਂ ਕਹਾਣੀਕਾਰ, ਨਾਵਲਕਾਰ ਨਿਤ ਨਵੇਂ ਆਪਣੇ ਉਪਰਾਲੇ ਕਰਕੇ ਆਪਣਾ ਪੂਰਾ ਜਿਹੜਾ ਯੋਗਦਾਨ ਹੈ ਉਹ ਪਾ ਰਿਹਾ ਹੈ। ਵਿਦੇਸ਼ਾਂ ਤੇ ਸੱਭਿਆਚਾਰ ਤੇ ਰੀਤੀ ਰਿਵਾਜ ਜਿਹੜੇ ਪੰਜਾਬੀ ਸਾਹਿਤ ਦਾ ਇੱਕ ਪੂਰਾ ਅੰਗ ਬਣ ਚੁੱਕੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਵਾਹਗਾ ਬਾਰਡਰ ਦੀ। ਵਾਹਗਾ ਬਾਰਡਰ ਸਾਡਾ ਦੋਨਾਂ ਪੰਜਾਬ ਨੇ ਜਿਹੜੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਜੋੜਨ ਦਾ ਰਸਤਾ, ਉਹਦੇ ਖੁੱਲਣ ਕਾਰਨ ਜਿਹੜੀਆਂ ਦੋਨੇ ਰਾਜਾਂ ਦੀ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਉਹਦੇ ਵਿਕਾਸ ਵਿੱਚ ਬਹੁਤ ਜਿਹੜਾ ਮਹੱਤਵਪੂਰਨ ਯੋਗਦਾਨ ਦਿੰਦਾ ਗਾ। ਜਿਹੜਾ ਲਹਿੰਦਾ ਪੰਜਾਬ ਆ ਉਹਦੇ ਵਿੱਚ ਗੁਰਮੁਖੀ ਨਾਲ ਪੰਜਾਬੀ ਪੜ੍ਹਾਉਣ ਦਾ ਜਿਹੜਾ ਪ੍ਰਚਲਨ ਉਹ ਹੋ ਚੁੱਕਿਆ, ਤਾਂ ਕਿ ਜਿਹੜਾ ਪੰਜਾਬੀ ਹੈ ਉਸ ਦਾ ਜਿਹੜਾ ਵਿਕਾਸ ਹੈ ਉਹ ਵੱਧ ਤੋਂ ਵੱਧ ਹੋ ਸਕੇ ਤੇ ਇਸ ਦਾ ਸਾਹਿਤ ਹੋਰ ਵੀ ਜੋ ਉੱਚ ਪੱਧਰ ਦਾ ਹੋ ਸਕੇ। ਨਿਤ ਨਵੇਂ ਉਪਰਾਲੇ ਇਸੇ ਕਰਕੇ ਹੀ ਕੀਤੇ ਜਾਂਦੇ ਨੇ। ਬੱਚਿਆਂ ਨੂੰ ਪੰਜਾਬੀ ਹਰ ਸਕੂਲ ਵਿੱਚ ਇਸੇ ਕਰਕੇ ਹੀ ਪੜ੍ਹਾਈ ਜਾਂਦੀ ਹੈ ਕਿ ਜਿਹੜਾ ਪੰਜਾਬੀ ਦਾ ਮਿਆਰ ਹੈ, ਪੰਜਾਬੀ ਬੋਲੀ ਦਾ ਸਾਹਿਤ ਹੈ, ਇਹਦਾ ਰੂਪ ਹੈ ਉਹ ਹੋਰ ਵੀ ਨਿਖਰਦਾ ਸਮਝ ਆਵੇ। ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਜਿਹੜਾ ਪੰਜਾਬੀ ਦਾ ਰੂਪ ਹੈ ਹੋਰ ਵੀ ਨਿਖਰ ਕੇ ਸਾਹਮਣੇ ਆਊਗਾ ਤੇ ਪੰਜਾਬੀ ਇੱਕ ਹੋਰ ਵੀ ਜਿਹੜੀ ਵਿਕਸਿਤ ਭਾਸ਼ਾ ਹੈ ਉਹ ਬਣ ਕੇ ਸਾਹਮਣੇ ਆਊਗਾ। ਤੇ ਇਹ ਸੀ ਆਪਣਾ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਟੌਪਿਕ। ਆਪਣਾ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਕਾਸ ਦਾ ਜਿਹੜਾ ਟੌਪਿਕ ਆ ਉਹ ਕੰਪਲੀਟ ਹੋ ਚੁੱਕਿਆ ਹੈ। ਤਾਂ ਆਪਾਂ ਕੋਈ ਨੈਕਸਟ ਹੋਰ ਟੌਪਿਕ ਨੈਕਸਟ ਲੈਕਚਰ ਵਿੱਚ ਕਰਾਂਗੇ। ਤਾਂ ਅੱਜ ਦੇ ਆਪਣੇ ਲੈਕਚਰ ਵਿੱਚ ਇੰਨਾ ਹੀ।